ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਕੈਪਟਨ ਦੀ ਅਪੀਲ ਮਗਰੋਂ ਕਿਸਾਨ ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ। ਸੂਬੇ 'ਚ 5 ਨਵੰਬਰ ਤੱਕ ਮਾਲ ਗੱਡੀਆਂ ਚੱਲਣ ਤੇ ਦਿੱਤੀ ਛੋਟ। ਟੋਲ ਪਲਾਜ਼ਾ, ਅਡਾਨੀ ਅੰਬਾਨੀ ਦੇ ਅਦਾਰੇ ਤੇ ਭਾਜਪਾ ਆਗੂਆਂ ਦਾ ਘਿਰਾਓ ਰਹੇਗਾ ਜਾਰੀ। 24 ਘੰਟਿਆਂ 'ਚ ਹੀ ਤਾਰ-ਤਾਰ ਹੋਈ ਸਰਕਾਰ ਤੇ ਵਿਰੋਧੀ ਧਿਰਾਂ ਦੀ ਏਕਤਾ। ਸਕਾਲਰਸ਼ਿਪ ਘੁਟਾਲੇ ਤੇ ਵਿਰੋਧੀਆਂ ਦਾ ਵਿਧਾਨ ਸਭਾ 'ਚ ਹੰਗਾਮਾ। ਸਦਨ ਦੀ ਕਾਰਵਾਈ ਦੌਰਾਨ ਕੀਤਾ ਵਾਕਆਊਟ। ਭਗਵੰਤ ਮਾਨ ਤੇ ਬਿਕਰਮ ਮਜੀਠੀਆ ਨੇ ਚੁੱਕੇ ਕੈਪਟਨ ਦੇ ਬਿੱਲਾਂ ਤੇ ਸਵਾਲ ਤਾਂ ਕੈਪਟਨ ਨੇ ਕਿਹਾ ਵਿਰੋਧੀਆਂ ਦਾ ਦੋਗਲਾ ਚਿਹਰਾ ਆਇਆ ਸਾਹਮਣੇ। ਸਦਨ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਬਿਆਨ ਦੇ ਰਹੇ ਨੇ ਵਿਰੋਧੀ ਆਗੂ। ਕੈਪਟਨ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਜਲਦ ਦੂਰ ਹੋਣਗੀਆਂ ਦੂਰੀਆਂ। ਕੱਲ ਸਿੱਧੂ ਨੇ ਕੀਤੀ ਕੈਪਟਨ ਦੀ ਤਾਰੀਫ ਤਾਂ ਅੱਜ ਕੈਪਟਨ ਨੇ ਸਿੱਧੂ ਨੂੰ ਚੰਗੇ ਭਵਿੱਖ ਲਈ ਦਿੱਤੀਆਂ ਸ਼ੁਭ ਕਾਮਨਾਵਾਂ। ਅਤੇ ਪੰਜਾਬ ਦੇ ਖੇਤੀ ਬਿੱਲਾਂ ਤੇ ਕੇਂਦਰ ਦਾ ਨਰਮ ਰਵੱਈਆ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਰਾਜਾਂ ਨੂੰ ਆਪਣੇ ਪੱਧਰ ਤੇ ਬਿੱਲ ਪਾਸ ਕਰਨ ਦੇ ਅਧਿਕਾਰ। ਕੇਂਦਰ ਕੋਲ ਪਹੁੰਚਣਗੇ ਬਿੱਲ ਤਾਂ ਗੰਭੀਰਤਾ ਨਾਲ ਕਰਾਂਗੇ ਵਿਚਾਰ ਚਰਚਾ। ਤੇ ਹੁਣ ਖਬਰਾਂ ਦਾ ਵਿਸਥਾਰ। ਭਾਵੇਂ ਕੈਪਟਨ ਸਰਕਾਰ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਆਪਣੇ ਬਿੱਲ ਲਿਆਂਦੇ ਨੇ ਪਰ ਕਿਸਾਨਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਅੱਜ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨੇ ਆਪਣੀ ਬੈਠਕ ਦੌਰਾਨ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਕੇਂਦਰੀ ਖੇਤੀ ਕਾਨੂੰਨ ਪੂਰੀ ਤਰ੍ਹਾਂ ਨਾਲ ਵਾਪਸ ਨਹੀਂ ਹੁੰਦੇ ਤੇ ਫਸਲਾਂ ਦੇ ਭਾਅ ਤੇ MSP ਦੀ ਗਾਰੰਟੀ ਨਹੀਂ ਮਿਲਦੀ, ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਹਾਲਾਂਕਿ ਕਿਸਾਨ ਰੇਲ ਰੋਕੋ ਅੰਦੋਲਨ 'ਚ ਕੁਝ ਢਿੱਲ ਦੇਣ ਲਈ ਰਾਜ਼ੀ ਹੋ ਗਏ ਨੇ। ਇਸ ਦੇ ਨਾਲ ਹੀ ਉਹਨਾਂ ਕੈਪਟਨ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਦਾ ਸਵਾਗਤ ਵੀ ਕੀਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ 'ਚ ਅੱਜ ਕੀਤੀ ਗਈ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਇਹਨਾਂ ਫੈਸਲਿਆਂ ਵਿੱਚ ਰੇਲ ਰੋਕੋ ਅੰਦੋਲਨ ਵਿੱਚ ਢਿੱਲ ਦੇਣ ਦੀ ਗੱਲ ਮੰਨ ਲਈ ਗਈ ਹੈ। ਇਹ ਢਿੱਲ 5 ਨਵੰਬਰ ਤੱਕ ਦਿੱਤੀ ਜਾਵੇਗੀ। ਭਾਜਪਾ ਆਗੂਆਂ ਦੀ ਵੱਡੇ ਪੱਧਰ ਤੇ ਘੇਰਾਬੰਦੀ ਕੀਤੀ ਜਾਂਦੀ ਰਹੇਗੀ। ਟੋਲ ਪਲਾਜ਼ਿਆਂ ਉੱਤੇ ਧਰਨੇ ਵੀ ਜਾਰੀ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਦੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ ਅਤੇ ਖੇਤੀ ਕਾਨੂੰਨ ਪੂਰੀ ਤਰ੍ਹਾਂ ਨਾਲ ਵਾਪਸ ਨਹੀਂ ਲਏ ਜਾਂਦੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਗਲੀ ਰਣਨੀਤੀ ਉੱਤੇ 4 ਨਵੰਬਰ ਨੂੰ ਬੈਠਕ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਜੀਤ ਨਾਗਰਾ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ ਮਨਾਉਣ ਲਈ ਪਹੁੰਚੇ ਸਨ। ਜਿਹੜਾ ਰੇਲਵੇ ਦੀਆਂ ਮਾਲ ਗੱਡੀਆਂ DAP ਦੀ ਘਾਟ, ਕੋਲੇ ਦੀ ਸਮੱਸਿਆ ਨੂੰ ਮੁੱਖ ਰੱਖ ਕੇ ਸਾਡੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਸਮਾਜ ਦੇ ਸਾਰੇ ਵਰਗਾਂ ਦੀ ਜਿਹੜੀ ਮੰਗ ਨੂੰ ਧਿਆਨ 'ਚ ਰੱਖ ਕੇ ਅੱਜ ਤੋਂ ਲੈ ਕੇ 5 ਨਵੰਬਰ ਤੱਕ ਰੇਲਵੇ ਦੀਆਂ ਮਾਲ ਗੱਡੀਆਂ ਨੂੰ ਛੋਟ ਦੇਣ ਦਾ ਫੈਸਲਾ ਕੀਤਾ ਕਿ 4 ਤਰੀਕ ਨੂੰ ਸਾਡੀਆਂ ਜਥੇਬੰਦੀਆਂ ਦੀ ਮੀਟਿੰਗ ਹੋਏਗੀ ਇਸੇ ਜਗ੍ਹਾ ਮੁੜ ਕੇ, ਫਿਰ ਉਹਦੇ 'ਚ ਸਮੀਖਿਆ ਕਰਕੇ 5 ਨਵੰਬਰ ਤੱਕ ਅਸੀਂ ਛੋਟ ਦੇਣ ਦਾ ਐਲਾਨ ਕੀਤਾ। ਉਸ ਤੋਂ ਬਾਅਦ ਜਿਹੜਾ ਟੋਲ ਪਲਾਜ਼ਿਆਂ ਦਾ ਘਿਰਾਓ ਹੈ, ਜਿਹੜਾ ਰਿਲਾਇੰਸ ਦੇ ਪੰਪਾਂ ਦਾ ਘਿਰਾਓ ਹੈ, ਉਹ ਸਾਡਾ ਜਿਵੇਂ ਪਹਿਲਾਂ ਚੱਲਦਾ ਉਵੇਂ ਜਾਰੀ ਰਹੂਗਾ। ਜਿਹੜਾ BJP ਦੇ ਆਗੂਆਂ ਦਾ ਘਿਰਾਓ ਹੈ, ਜਿਹੜਾ ਉਹਨਾਂ ਦਾ ਵਿਰੋਧ ਹੈ ਪੰਜਾਬ ਦੇ ਵਿੱਚ, ਉਹ ਪਹਿਲਾਂ ਨਾਲੋਂ ਵੀ ਵੱਧ ਕੇ ਡਟ ਕੇ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਕਰਨਗੀਆਂ। BJP ਦੇ ਆਗੂਆਂ ਦਾ ਘਿਰਾਓ ਤੇ ਜਿਹੜਾ ਉਹਨਾਂ ਦਾ ਵਿਰੋਧ ਹੈ ਉਹ ਸਾਡਾ ਜਾਰੀ ਰਹੂਗਾ। ਰਿਲਾਇੰਸ ਦੇ ਪੰਪਾਂ ਦਾ ਘਿਰਾਓ ਜਾਰੀ ਰਹੂਗਾ ਤੇ ਟੋਲ ਪਲਾਜ਼ਿਆਂ ਦੇ ਉੱਤੇ ਜਿਹੜਾ ਅਸੀਂ ਬਾਈਕਾਟ ਕੀਤਾ ਹੈ ਟੋਲ ਪਲਾਜ਼ਿਆਂ ਦਾ, ਉਹ ਸਾਡਾ ਅੰਦੋਲਨ ਉੱਥੇ ਚੱਲਦਾ ਰਹੂਗਾ। ਰੇਲਵੇ ਦੇ ਮਤਲਬ ਜਿਹੜੇ ਸਟੇਸ਼ਨਾਂ ਦੇ ਉੱਤੇ ਕਿਸਾਨ ਸੰਕੇਤਕ ਰੂਪ ਦੇ ਵਿੱਚ ਆਪਣੀ ਹਾਜ਼ਰੀ ਲਾਉਣਗੇ। ਰੇਲਵੇ ਦੀਆਂ ਮਾਲ ਗੱਡੀਆਂ ਨੂੰ ਅਸੀਂ ਲੰਘਣ ਦੀ ਇਜਾਜ਼ਤ 5 ਨਵੰਬਰ ਤੱਕ ਦੇਵਾਂਗੇ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਅਜੇ ਵੀ ਆਪਣੀ ਜਿੱਦ ਤੇ ਅੜੀਆਂ ਹੋਈਆਂ ਨੇ। ਉਹਨਾਂ ਸਾਫ਼ ਕਰ ਦਿੱਤਾ ਹੈ ਕਿ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕੀਤੇ ਜਾਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਸੂਬੇ 'ਚ ਮਾਲ ਗੱਡੀਆਂ ਦੇ ਚੱਲਣ 'ਚ ਕੁਝ ਛੂਟ ਦਿੱਤੀ ਜਾ ਰਹੀ ਹੈ ਤਾਂ ਕਿ ਸੂਬੇ 'ਚ ਤਿਉਹਾਰਾਂ ਦੌਰਾਨ ਬਿਜਲੀ ਸੰਕਟ ਪੈਦਾ ਨਾ ਹੋਵੇ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਤੀਜੇ ਦਿਨ ਅੱਜ 7 ਬਿੱਲ ਪਾਸ ਕੀਤੇ ਗਏ ਨੇ ਪਰ ਕਾਂਗਰਸ ਤੇ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦੀ ਖੇਤੀ ਬਿੱਲਾਂ ਖਿਲਾਫ ਹੋਈ ਇਕਜੁੱਟਤਾ ਇੱਕ ਦਿਨ ਬਾਅਦ ਹੀ ਤਾਰ-ਤਾਰ ਹੋ ਗਈ। ਅੱਜ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਅਕਾਲੀ ਦਲ ਨੇ ਸਕਾਲਰਸ਼ਿਪ ਘੁਟਾਲੇ 'ਚ CBI ਜਾਂਚ ਦੀ ਮੰਗ ਨੂੰ ਲੈ ਕੇ ਹੰਗਾਮਾ ਕਰ ਦਿੱਤਾ। ਅਕਾਲੀ ਦਲ ਤੇ ਲੋਕ ਇਨਸਾਫ ਪਾਰਟੀ ਨੇ ਸਦਨ ਦੀ ਕਾਰਵਾਈ ਤੋਂ ਵਾਕਆਊਟ ਕੀਤਾ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ। ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੇ ਤੀਜੇ ਦਿਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਜ਼ੋਰਦਾਰ ਪ੍ਰਦਰਸ਼ਨ ਨਾਲ ਹੋਈ। ਅਕਾਲੀ ਵਿਧਾਇਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ ਮੰਤਰੀ ਧਰਮਸੋਤ ਨੂੰ ਮਿਲੀ ਕਲੀਨ ਚਿੱਟ ਦਾ ਵਿਰੋਧ ਕਰ ਰਹੇ ਸਨ।
ਅਕਾਲੀ ਵਿਧਾਇਕਾਂ ਨੇ ਸਦਨ ਦੇ ਵਿੱਚ ਆ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਧਾਇਕਾਂ ਨੇ ਵਜ਼ੀਫਾ ਘਪਲੇ ਤੇ ਸਰਕਾਰ ਦੀ ਆਲੋਚਨਾ ਕੀਤੀ ਤੇ ਸਦਨ ਵਿੱਚ ਵਾਕਆਊਟ ਕਰ ਦਿੱਤਾ। ਬਾਅਦ ਵਿੱਚ ਲੋਕ ਇਨਸਾਫ ਪਾਰਟੀ ਦੇ ਮੈਂਬਰ ਵੀ ਸਦਨ ਦੇ ਬਾਹਰ ਆ ਕੇ ਵਿਰੋਧ ਵਿੱਚ ਸ਼ਾਮਲ ਹੋ ਗਏ। ਅਕਾਲੀ ਵਿਧਾਇਕਾਂ ਨੇ ਆਪਣੇ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਤੇ ਲਿਖਿਆ ਸੀ ਕੈਪਟਨ ਦਾ ਸਾਧੂ ਚੋਰ ਹੈ। ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਨੇ ਆਪਣੇ ਆਪ ਨੂੰ ਬਚਾਉਣ ਖਾਤਰ ਸਾਧੂ ਸਿੰਘ ਧਰਮਸੋਧ ਨੂੰ ਕਲੀਨ ਚਿੱਟ ਦਿੱਤੀ ਹੈ। ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। 64 ਕਰੋੜ ਦਾ ਵਜੀਫਿਆਂ ਦਾ ਘਪਲਾ ਦਲਿਤ ਵਿਦਿਆਰਥੀਆਂ ਦੇ, ਸਾਡਿਆਂ ਦੇ ਭਰਾਵਾਂ ਦੇ ਤੇ ਬੈਕਵਰਡ ਕਲਾਸ ਵਿਦਿਆਰਥੀਆਂ ਦੇ ਹੱਕ ਮਾਰਨ ਵਾਲਾ ਕਦੇ ਕਲੀਨ ਚਿੱਟ ਕੈਪਟਨ ਸਾਹਿਬ ਆਪਦੇ ਚੀਫ ਸੈਕਟਰੀ ਦੇ ਥਰੂ 100 ਵਾਰੀ ਦੇ ਦੇਣ, ਮਗਰ ਬਲਵਿੰਦਰ ਸਿੰਘ ਧਾਲੀਵਾਲ ਜਿਹੜੇ ਉਸ ਮੌਕੇ ਦੇ ਡਾਇਰੈਕਟਰ ਸਨ ਤੇ ਸਾਧੂ ਸਿੰਘ ਧਰਮਸੋਧ ਜਿਨ੍ਹਾਂ ਨੇ ਠੱਗੀ ਮਾਰੀ ਹੈ, ਉਹ ਇਹ 64 ਕਰੋੜ ਦੀ ਠੱਗੀ ਤੋਂ ਕਦੇ ਉਹਨਾਂ ਨੂੰ ਕਲੀਨ ਚਿੱਟ ਨਹੀਂ ਮਿਲ ਸਕਦੀ। ਦੂਜੀ ਗੱਲ, ਨਾਲ ਹੀ ਇਸ ਵਜ਼ੀਰ ਨੇ ਹੁਣ 60 ਕਰੋੜ ਦਾ ਚੂਨਾ ਰੋਪੜ 'ਚ ਜਿਹੜੀ ਜ਼ਮੀਨ ਦੀ ਕੀਮਤ 90,000 ਹੈ ਸਰਕਲ ਰੇਟ, ਉਹਨੂੰ 9,90,000 'ਚ ਖਰੀਦ ਕੇ ਦੂਜੀ ਠੱਗੀ ਮਾਰੀ ਹੈ। ਕੈਪਟਨ ਸਾਹਿਬ ਜਿੰਨੀਆਂ ਮਰਜ਼ੀਆਂ ਕਲੀਨ ਚਿੱਟ ਦੇ ਦੇਣ, ਮਗਰ ਜਿਨ੍ਹਾਂ ਨੇ ਆਪ ਦੀ ਮਤਲਬ ਕਰਵਾ ਕੇ ਉਹ ਆਡਿਟਿੰਗ ਹੋਈ ਔਰ ਆਡਿਟ 'ਚ ਪਹਿਲਾਂ ਕਹਿੰਦੇ ਜੀ 500 ਕਰੋੜ ਦਾ ਘਪਲਾ, ਮਦਦ ਕਰਨੀ ਸੀ ਘਟਾਤਾ 300 ਕਰੋੜ 200 ਕਰੋੜ ਤੇ ਲਿਆਏ। 200 ਕਰੋੜ ਨੂੰ ਵੀ ਮੁੜ ਕੇ ਉਹਨਾਂ ਕਾਲਜਾਂ ਨੂੰ ਫੇਰ ਪੈਸੇ ਦੇਤੇ। ਇਹ ਤੋਂ ਸਪਸ਼ਟ ਹੈ ਕਿ ਕਿਵੇਂ ਲੈਣ ਦੇਣ ਹੋਇਆ ਔਰ ਐਸੀ ਵਿਦਿਆਰਥੀਆਂ ਨੂੰ ਪੈਸੇ ਨਹੀਂ ਪਹੁੰਚੇ। ਸੀਬੀਆਈ ਇਨਕੁਆਇਰੀ, ਇੰਡੀਪੈਂਡੈਂਟ ਇਨਕੁਆਇਰੀ, ਜਾਂ ਕੋਰਟ ਮੋਨੀਟਰਡ ਹੋਵੇ ਜਾਂ ਸੀਬੀਆਈ ਹੋਵੇ, ਸੱਚ ਆਜੂ ਸਾਹਮਣੇ। ਈਵਨ ਇਹ ਚੀਫ ਸੈਕਟਰੀ ਸਾਹਿਬ ਜਿਨ੍ਹਾਂ ਨੇ ਕਲੀਨ ਚਿੱਟ ਦਿੱਤੀ ਹੈ, ਜਿਨ੍ਹਾਂ ਨੇ ਕਿਰਪਾ ਸ਼ੰਕਰ ਸਰੋਜ ਦੀ ਇਨਕੁਆਇਰੀ ਨੂੰ ਹੀ ਪਾਸੇ ਰੱਖਤਾ, ਆਪ ਦੀ ਕਮੇਟੀ ਬਣਾਤੀ ਇੱਕ, ਜਿਹਨੇ ਉਹ ਪੱਖ ਵਿਚਾਰੇ ਹੀ ਨਹੀਂ ਸਾਰੇ ਔਰ ਕਰਪਸ਼ਨ ਦੇ ਮੁੱਦੇ ਤੇ ਬਿਲਕੁਲ ਹੀ ਚੁੱਪ ਕਰ ਗਏ। ਉਹ ਸਾਰਾ ਕੁਝ ਸਾਹਮਣੇ ਆ ਜਾਣਾ। ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਸੀ ਕਿ ਕੈਪਟਨ ਨੂੰ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਹਨਾਂ ਇਲਜ਼ਾਮ ਲਗਾਇਆ ਕਿ ਸਾਧੂ ਸਿੰਘ ਧਰਮਸੋਧ ਦੇ ਕੈਬਨਿਟ ਮਿਨਿਸਟਰ ਹੁੰਦਿਆਂ ਇਸ ਘਪਲੇ ਦੀ ਨਿਰਪੱਖ ਜਾਂਚ ਪੰਜਾਬ ਪੁਲਿਸ ਨਹੀਂ ਕਰ ਸਕਦੀ ਸੀ, ਇਸ ਲਈ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਉਹਨਾਂ ਕਿਹਾ ਕਿ ਜਦੋਂ ਤੱਕ ਗਰੀਬ ਵਿਦਿਆਰਥੀਆਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ, ਅਕਾਲੀ ਦਲ ਜ਼ੋਰ ਸ਼ੋਰ ਨਾਲ ਧਰਮਸੋਧ ਨੂੰ ਬਰਖਾਸਤ ਕਰਨ ਅਤੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਆਵਾਜ਼ ਚੁੱਕਦਾ ਰਹੇਗਾ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ ਬਿੱਲਾਂ ਨੂੰ ਕੈਪਟਨ ਸਰਕਾਰ ਦੀ ਕੋਈ ਵੱਡੀ ਪ੍ਰਾਪਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਚੰਡੀਗੜ੍ਹ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਬਿੱਲ ਲੈ ਕੇ ਆਈ ਹੈ ਉਹ ਕੇਂਦਰ ਸਰਕਾਰ ਦੇ ਬਿੱਲਾਂ 'ਚ ਸਿਰਫ ਅਮੈਂਡਮੈਂਟ ਹੈ। ਪੰਜਾਬ ਸਰਕਾਰ ਹੁਣ ਕਿਸਾਨ ਦੀ ਫਸਲ ਦਾ ਇੱਕ ਦਾਣਾ MSP ਤੇ ਚੁੱਕੇ, ਇਸ ਗੱਲ ਦੀ ਗਾਰੰਟੀ ਦੇਣੀ ਚਾਹੀਦੀ ਹੈ। ਪੰਜਾਬ 'ਚ ਇਸ ਸਮੇਂ ਖੇਤੀ ਕਾਨੂੰਨਾਂ ਕਰਕੇ ਸਿਆਸਤ ਗਰਮਾਈ ਹੋਈ ਹੈ। ਬੀਤੇ ਦਿਨੀ ਪੰਜਾਬ ਵਿਧਾਨ ਸਭਾ 'ਚ ਇਹਨਾਂ ਕਾਨੂੰਨਾਂ ਨੂੰ ਲੈ ਕੇ 4 ਬਿੱਲ ਪਾਸ ਕੀਤੇ ਗਏ। ਕਾਂਗਰਸ ਇਸ ਨੂੰ ਕੈਪਟਨ ਦੀ ਵੱਡੀ ਪ੍ਰਾਪਤੀ ਦੱਸ ਰਹੀ ਹੈ, ਪਰ ਭਗਵੰਤ ਮਾਨ ਨੇ ਇਸ ਨੂੰ ਪ੍ਰਾਪਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਆਪ ਨੇ ਕਿਸਾਨਾਂ ਕਰਕੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਹੈ, ਪਰ ਜਿਸ ਢੰਗ ਨਾਲ ਕਾਂਗਰਸ ਲੱਡੂ ਵੰਡ ਰਹੀ ਹੈ ਇਹ ਕੋਈ ਜਿੱਤ ਨਹੀਂ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਬਿੱਲ ਲੈ ਕੇ ਆਈ ਹੈ ਉਹ ਕੇਂਦਰ ਸਰਕਾਰ ਦੇ ਬਿੱਲਾਂ ਵਿੱਚ ਸਿਰਫ ਅਮੈਂਡਮੈਂਟ ਹੈ। ਭਗਵੰਤ ਨੇ ਅੱਗੇ ਕਿਹਾ ਕਿ ਵਿਰੋਧੀ ਧਿਰ ਹੋਣ ਦੇ ਨਾਤੇ ਇਹਨਾਂ ਨੂੰ ਅਸੀਂ ਮਨਮਰਜ਼ੀਆਂ ਕਰਨ ਨਹੀਂ ਦੇਵਾਂਗੇ। ਸੈਂਟਰ ਨਾਲ ਲੜਾਈ ਅਜੇ ਵੀ ਜਾਰੀ ਹੈ। MSP ਤੋਂ ਘੱਟ ਕੀਮਤ ਉੱਤੇ ਫਸਲ ਖਰੀਦਣ ਵਾਲੇ ਨੂੰ 3 ਸਾਲ ਦੀ ਸਜ਼ਾ ਦੀ ਤਜਵੀਜ਼ ਹੈ। ਜੇਕਰ ਸੈਂਟਰ ਨੇ ਤੇ ਪ੍ਰਾਈਵੇਟ ਖਰੀਦਾਰ ਨੇ ਵੀ ਫਸਲ ਚੁੱਕਣ ਤੋਂ ਮਨਾ ਕਰ ਦਿੱਤਾ, ਫਿਰ ਕਿਸਾਨ ਕੀ ਕਰਨਗੇ? ਕਾਂਗਰਸ ਜਿਹੜੀ ਹੈ ਉਹ ਅਤਿਸ਼ਬਾਜ਼ੀਆਂ ਚਲਾ ਰਹੀ ਹੈ, ਲੱਡੂ ਵੰਡ ਰਹੀ ਹੈ, ਪਟਾਕੇ ਚਲਾ ਰਹੀ ਹੈ। ਇਹ ਕੋਈ ਉਹਨਾਂ ਦੀ ਜਿੱਤ ਨਹੀਂ ਹੈਗੀ। ਇਹ ਤਾਂ ਸਿਰਫ ਇੱਕ ਅਮੈਂਡਮੈਂਟ ਹੈ। ਅਮੈਂਡਮੈਂਟ ਲੈ ਕੇ ਆਏ ਨੇ ਉਹਨਾਂ ਬਿੱਲਾਂ 'ਚ। ਪੰਜਾਬ ਵੱਲੋਂ ਉਹਨਾਂ ਸੈਂਟਰ ਦੇ ਬਿੱਲਾਂ ਨੂੰ ਹੀ ਅਮੈਂਡ ਕਰਨ ਦੀ ਤਜਵੀਜ਼ ਹੈ, ਬੇਨਤੀ ਹੈ। ਮੈਨੂੰ ਇਹ ਦੱਸੋ, ਇਹ ਤਾਂ ਉਹੀ ਗੱਲ ਹੋ ਗਈ ਕਿ ਜਿਵੇਂ ਪ੍ਰਿੰਸੀਪਲ ਦੁਆਰਾ ਦਿੱਤੇ ਹੋਏ ਹੁਕਮ ਨੂੰ ਕੋਈ PT ਮਾਸਟਰ ਉਹ 'ਚ ਬਦਲਾਅ ਕਰਕੇ
ਉਹਨੂੰ ਭੇਜ ਦੇ ਤੇ ਹਜੇ ਪ੍ਰਿੰਸੀਪਲ ਕੋਲੇ ਪਹੁੰਚਿਆ ਵੀ ਨਾ ਹੋਵੇ ਤੇ ਪਹਿਲਾਂ ਹੀ ਉਹ ਭੰਗੜਾ ਪਾਉਣ ਲੱਗ ਜੇ। ਤੇ ਕਿਸਾਨ ਹਜੇ ਵੀ ਸੜਕਾਂ ਤੇ ਬੈਠੇ ਨੇ। ਇਹਦੇ ਨਾਲ ਇੱਕੋ ਹੀ ਮੈਸੇਜ ਗਿਆ ਕਿ ਪੰਜਾਬ ਜਿਹੜਾ ਉਹ ਇਕੱਠਾ ਹੈ ਇਸ ਮਾਮਲੇ ਤੇ। ਪਰ ਵਿਰੋਧੀ ਧਿਰ ਹੋਣ ਦੇ ਨਾਤੇ ਅਸੀਂ ਇਹਨਾਂ ਨੂੰ ਮਨਮਰਜ਼ੀਆਂ ਕਰਨ ਨਹੀਂ ਦੇਵਾਂਗੇ। ਕੈਪਟਨ ਸਾਹਿਬ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕਰਨ ਕਿ ਸਾਥ ਦੇਤਾ ਤੇ ਕਿਸਾਨਾਂ ਦਾ ਰਾਖਾ ਇਹ ਉਹ ਟਾਈਟਲ ਰੱਖ ਕੇ ਤੇ ਉਹ ਜਿਹੜੇ ਨੇ ਕਿਸਾਨਾਂ ਦੇ ਰਾਖੇ ਬਣ ਗਏ। ਹਜੇ ਤਾਂ ਲੜਾਈ ਸ਼ੁਰੂ ਹੋਣੀ ਹੈ, ਲੜਾਈ ਤਾਂ ਹਜੇ ਵੀ ਸੈਂਟਰ ਨਾਲ ਹੀ ਹੈ। ਸੋ ਇਸ ਕਰਕੇ ਅਸੀਂ ਇਹ ਕਹਿਣਾ ਹੈ ਕਿ MSP ਦਾ ਜਿਹੜਾ ਬਿੱਲ ਹੈ ਉਹ ਪੰਜਾਬ ਸਰਕਾਰ ਕਿਉਂ ਨਹੀਂ ਲੈ ਕੇ ਆਉਂਦੀ। ਹੁਣ ਇਹਨਾਂ ਨੇ ਕਹਿਤਾ ਕਿ MSP ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਦੀ ਤਜਵੀਜ਼ ਹੈ। ਪਹਿਲੀ ਗੱਲ ਤਾਂ ਸੈਂਟਰ ਜੇ MSP ਤੋਂ ਹੀ ਮੁੱਕਰ ਗਿਆ, ਜਿਹੜਾ ਕਿ ਉਹਨਾਂ ਦੀ ਸ਼ੰਕਾ ਹੈਗੀ ਹੈ, ਉਹਨਾਂ ਦੀ ਮਨਸ਼ਾ ਹੈਗੀ ਹੈ, ਜੇ MSP ਤੋਂ ਮੁੱਕਰ ਗਿਆ ਫਿਰ ਘੱਟ ਵੱਧ ਦਾ ਕੀ ਹੈ। ਨੰਬਰ 2 ਤੇ ਜੇ ਸੈਂਟਰ ਨੇ ਕਹਿਤਾ, ਸੈਂਟਰ ਦੀਆਂ ਏਜੰਸੀਆਂ ਨੇ ਸਾਨੂੰ ਤਾਂ ਇੰਨਾ ਕੁ ਚਾਹੀਦਾ ਜੀ, ਬਾਕੀ ਨਹੀਂ ਅਸੀਂ ਖਰੀਦਦੇ। ਪ੍ਰਾਈਵੇਟ ਪਲੇਅਰ ਕਹਿੰਦਾ ਮੈਂ ਵੀ ਨਹੀਂ ਖਰੀਦਦਾ, ਫਿਰ ਜਿਹੜੀ ਫਸਲ ਬਚ ਗਈ ਉਹਨੂੰ ਕੌਣ ਚੱਕੂਗਾ ਜੀ? ਉਹ ਕਿੱਥੇ ਵੇਚੂਗਾ ਕਿਸਾਨ? ਮਾਨ ਨੇ ਪੰਜਾਬ ਸਰਕਾਰ ਉੱਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਅੱਖਾਂ ਵਿੱਚ ਲੋਕਾਂ ਦੀਆਂ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕਰੇ। ਪੰਜਾਬ ਦੇ ਕਿਸਾਨਾਂ ਦੇ ਘਰਾਂ ਦੇ ਚੁੱਲ੍ਹੇ ਅਜੇ ਵੀ ਠੰਡੇ ਪਏ ਨੇ। ਕੇਂਦਰ ਨਾਲ ਲੜਾਈ ਵੱਡੇ ਪੱਧਰ ਤੇ ਲੜਨੀ ਪੈਣੀ ਹੈ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ MSP ਬਿੱਲ ਲੈ ਕੇ ਆਈ ਪੰਜਾਬ ਸਰਕਾਰ ਹੁਣ ਕਿਸਾਨ ਦੀ ਫਸਲ ਦਾ ਇੱਕ ਦਾਣਾ MSP ਉੱਤੇ ਚੁੱਕੇ। ਇਸ ਗੱਲ ਦੀ ਗਾਰੰਟੀ ਪੰਜਾਬ ਸਰਕਾਰ ਨੂੰ ਦੇਣੀ ਚਾਹੀਦੀ ਹੈ। ਪੰਜਾਬ ਦੇ ਕਿਸਾਨਾਂ ਦੇ ਚੁੱਲ੍ਹਿਆਂ 'ਚ ਅਜੇ ਵੀ ਅੱਗ ਨਹੀਂ ਮੱਚੀ। ਇਹ ਲੱਡੂ ਜਿਹੜੇ ਨੇ ਸ਼ਾਇਦ ਇਹਨਾਂ ਦੇ 2022 ਵਾਲੇ ਫੁੱਟ ਰਹੇ ਨੇ, ਉਹ ਗਲਤਫਹਿਮੀ 'ਚ ਨੇ। ਲੜਾਈ ਸੈਂਟਰ ਨਾਲ ਲੜਨੀ ਪਊਗੀ ਵੱਡੇ ਪੱਧਰ ਤੇ। ਜੇ ਇੰਨੇ ਹੀ ਪੰਜਾਬ ਦੇ ਰਾਖੇ ਕਹਾਉਂਦੇ ਨੇ ਕੈਪਟਨ ਸਾਹਿਬ, ਤਾਂ ਫਿਰ ਰਾਸ਼ਟਰਪਤੀ ਤੋਂ ਸਾਈਨ ਕਰਾ ਕੇ ਲਿਆਉਣ। ਫਿਰ ਉਹਨਾਂ ਨੇ ਚੱਕ ਕੇ ਬਿੱਲ ਪਰਾਂ ਮਾਰਨੇ ਨੇ ਜੀ। ਉਹਨਾਂ ਨੂੰ ਹੀ ਕਹਿ ਰਹੇ ਕਿ ਤੁਹਾਡੇ ਬਿੱਲਾਂ ਦੇ ਵਿੱਚ ਅਮੈਂਡਮੈਂਟ ਕਰ ਰਹੇ ਆ। ਪੰਜਾਬ ਦਾ ਐਕਟ ਥੋੜੀ ਹੈ ਕੋਈ ਇਹ। ਸੋ MSP ਦਾ ਬਿੱਲ ਲੈ ਕੇ ਆਓ। ਸਰਕਾਰ ਜਿਹੜੀ ਹੈ ਉਹ ਪੰਜਾਬ ਸਰਕਾਰ ਖੁਦ ਗਾਰੰਟੀ ਦੇਵੇ ਕਿਸਾਨਾਂ ਨੂੰ ਕਿ ਅਸੀਂ MSP ਦੇਵਾਂਗੇ ਜਿੰਨੀ ਵੀ ਫਸਲ ਬਚ ਗਈ। ਲੜਾਈ ਤਾਂ ਇਹ ਹੈ। ਲੜਾਈ ਇਹ ਥੋੜੀ ਹੈ ਕਿ ਲਓ ਜੀ ਅਸੀਂ ਇੱਕ ਕਾਨੂੰਨ ਇੱਥੇ ਲਿਆਂਦਾ, ਇੱਥੋਂ ਪਾਸ ਹੋ ਗਿਆ, ਇਹ ਲਾਗੂ ਥੋੜੀ ਹੋ ਸਕਦਾ ਜੀ। ਕੁਛ ਨਹੀਂ ਹੋਇਆ ਅੱਜ ਤੱਕ। ਸੋ ਕੱਲ ਮੀਤ ਹੇਰ ਹੋਰਾਂ ਨੇ ਵੀ ਉੱਥੇ ਕੱਲ ਇਹੀ ਬੋਲਿਆ, ਸਾਡੇ ਸਾਰੇ MLA ਨੇ ਵੀ ਅੰਦਰ ਇਹ ਬੋਲਿਆ ਕਿ ਪੰਜਾਬ ਸਰਕਾਰ ਗਾਰੰਟੀ ਇਹ ਦੇਵੇ ਕਿ ਅਸੀਂ ਕਿਸਾਨਾਂ ਦੀ ਫਸਲ ਦਾ ਕੱਲਾ ਦਾਣਾ MSP ਤੇ ਚੁੱਕਾਂਗੇ। ਨਾਟ ਓਨਲੀ ਕਣਕ ਐਂਡ ਝੋਨਾ, ਬਾਕੀ 21 ਫਸਲਾਂ ਕਿਉਂ ਛੱਡਤੀ ਇਹਨਾਂ ਨੇ? ਭਗਵੰਤ ਮਾਨ ਮੁਤਾਬਕ ਕੈਪਟਨ ਨੂੰ ਕਿਸਾਨੀ ਦਾ ਰਾਖਾ ਕਹਿਣਾ ਗਲਤ ਹੈ। ਉਹਨਾਂ ਨੇ ਜੋ ਵੀ ਕਦਮ ਚੁੱਕੇ ਉਹ ਕਿਸਾਨ ਤੇ ਵਿਰੋਧੀ ਧਿਰਾਂ ਦੇ ਦਬਾਅ ਹੇਠ ਚੁੱਕੇ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਵਿੱਚ ਕਈ ਖਾਮੀਆਂ ਨੇ। ਜਦੋਂ ਤੱਕ ਕਿਸਾਨਾਂ ਨੂੰ MSP ਉੱਤੇ ਖਰੀਦ ਦੀ ਪੂਰੀ ਗਾਰੰਟੀ ਨਹੀਂ ਮਿਲਦੀ, ਆਮ ਆਦਮੀ ਪਾਰਟੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਦੀ ਰਹੇਗੀ। ਉਧਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਵਿਧਾਨ ਸਭਾ 'ਚ ਅਮਰਿੰਦਰ ਸਿੰਘ ਨੇ ਕੇਂਦਰ ਨਾਲ ਮਿਲ ਕੇ ਫਿਕਸ ਮੈਚ ਖੇਡਿਆ ਏ। ਉਹਨਾਂ ਸਵਾਲ ਪੁੱਛਿਆ ਕਿ ਪੰਜਾਬ ਨੂੰ ਸਰਕਾਰੀ ਮੰਡੀ ਐਲਾਨਣ ਵਾਲਾ ਬਿੱਲ ਲਿਆਉਣ ਦੀ ਬਜਾਏ ਸੋਧ ਬਿੱਲ ਕਿਉਂ ਲਿਆਂਦਾ ਗਿਆ। ਮਜੀਠੀਆ ਨੇ ਕਿਹਾ ਕਿ ਕੇਂਦਰ ਦੇ ਬਿੱਲ 'ਚ ਸੋਧ ਲਈ ਜ਼ਰੂਰੀ ਰਾਜਪਾਲ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਕਦੇ ਵੀ ਨਹੀਂ ਮਿਲੇਗੀ। ਕੈਪਟਨ ਨੇ ਜੋ ਕੁਝ ਕੀਤਾ ਮੋਦੀ ਨੂੰ ਖੁਸ਼ ਕਰਨ ਲਈ ਕੀਤਾ ਤੇ ਦਿੱਲੀ ਦੇ ਕਾਨੂੰਨ ਹੁਣ ਵੀ ਪੰਜਾਬ 'ਚ ਲਾਗੂ ਹੋਣਗੇ। ਮਜੀਠੀਆ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਟਕ ਰਹੇ ਪਾਣੀ ਦੇ ਮੁੱਦੇ ਵਰਗਾ ਖੇਤੀ ਬਿੱਲਾਂ ਦਾ ਹਾਲ ਹੋਵੇਗਾ। ਮੀਡੀਆ ਨੂੰ ਬਲੈਕਆਊਟ ਕਿਉਂ ਕੀਤਾ ਜਾ ਰਿਹਾ? ਵਾਟ ਇਜ਼ देयर ਟੂ ਹਾਈਡ? ਲੁਕਾਉਣ ਨੂੰ ਕੀ ਹੈ? ਫਿਰ ਗੱਲ ਉੱਥੇ ਜਾਂਦੀ ਹੈ, ਲੁਕਾਉਣ ਨੂੰ ਫਿਕਸਡ ਮੈਚ ਹੈ। ਜਿਹੜਾ ਕੈਪਟਨ ਮੋਦੀ ਭਰਾ ਵੱਡਾ ਭਾਈ ਛੋਟਾ ਭਾਈ, ਉਹ ਫਿਕਸਡ ਮੈਚ ਹੈ ਜਿਹੜਾ ਉਹ ਚਾਹੁੰਦੇ ਨਹੀਂ ਤੁਹਾਡੇ ਸਾਹਮਣੇ ਆਵੇ। ਦੇਖੋ, ਪੰਜਾਬ ਦੇ ਲੋਕਾਂ ਦੀ ਬੜੀ ਸਪਸ਼ਟ ਮੰਗ ਸੀ ਕਿ ਇਹ ਕਾਲੇ ਕਾਨੂੰਨ ਰੱਦ ਹੋਣ। ਇਹ ਕਾਲੇ ਕਾਨੂੰਨ ਪੰਜਾਬ 'ਚ ਲਾਗੂ ਨਾ ਹੋਣ। ਕਾਰਪੋਰੇਟਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਦੇ ਪੰਜਾਬ ਖਿਲਾਫ ਹੈ। ਫੂਡ 'ਚ ਫੂਡ ਸਿਕਿਉਰਿਟੀ ਬੜਾ ਇੰਪੋਰਟੈਂਟ ਹਿੱਸਾ ਹੈ ਪੰਜਾਬ ਦਾ, ਦੇਸ਼ ਦਾ। PDS ਸਿਸਟਮ ਨੂੰ ਕਿਸੇ ਤਰੀਕੇ ਦੀ ਕੋਈ ਆਂਚ ਨਾ ਆਵੇ, ਮਗਰ ਅਸਲੀ MSP ਤੇ ਖਰੀਦ ਔਰ MSP ਬਾਰ-ਬਾਰ ਧਿਆਨ ਨਾਲ ਸੁਣ ਲਿਓ ਜੀ, MSP ਤੇ ਅਸ਼ੋਰਡ ਖਰੀਦ, ਸਾਰੀ MSP ਤੇ ਫਸਲ ਚੁੱਕੀ ਜਾਵੇ, ਸਾਰੀਆਂ ਫਸਲਾਂ 22 ਦੀਆਂ 22। ਇਹ ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਖੇਤ ਮਜ਼ਦੂਰਾਂ ਦੀ ਮੰਗ ਹੈ ਔਰ ਪ੍ਰਾਈਵੇਟ ਮਾਰਕੀਟ ਦੇ ਉਹ ਖਿਲਾਫ ਨੇ।
ਓਨਲੀ ਫੂਲਿੰਗ ਦਾ ਪੀਪਲ ਆਫ ਪੰਜਾਬ। ਜਿਵੇਂ ਇਹਨਾਂ ਨੇ, ਮੈਂ ਬਾਲੀ ਗੱਲ 'ਚ ਨਹੀਂ ਜਾਊਂਗਾ, ਜਿਵੇਂ ਪਾਣੀਆਂ ਦੇ ਮੁੱਦੇ ਤੇ ਕੀਤਾ ਸੀ, ਕੋਈ ਅਸਰ ਅੱਜ ਤੱਕ ਤੁਸੀਂ ਵੇਖਿਆ ਪਾਣੀਆਂ ਤੇ? ਜ਼ੀਰੋ। ਅੱਜ 16 ਸਾਲ ਹੋ ਗਏ, ਹਲੇ ਵੀ ਅਸੀਂ ਉਹ ਕੰਮ ਲੜ ਰਹੇ ਹਾਂ। ਇਹ ਕੰਮ ਵੀ ਇਹਨਾਂ ਨੇ ਇਸ ਲਈ ਇਸ ਪਾਸੇ ਪਾਇਆ ਕਿ ਮੈਂ ਦਿੱਲੀ ਨੂੰ ਖੁਸ਼ ਕਰ ਦਿਆਂ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਦਿਆਂ, ਔਰ ਦਿੱਲੀ ਨਾਲ ਰਲ ਕੇ ਇਹ ਫਿਕਸਡ ਮੈਚ ਖੇਲ ਕੇ ਗੁੰਮਰਾਹ ਕਰਨ ਦੀ ਕੱਲੀ ਸਾਜ਼ਿਸ਼ ਚਲੀ ਗਈ ਹੈ, ਕੋਸ਼ਿਸ਼ ਕੀਤੀ ਗਈ ਹੈ। ਖੇਤੀ ਬਿੱਲਾਂ ਦੀ ਸਦਨ ਅੰਦਰ ਹਮਾਇਤ ਅਤੇ ਬਾਹਰ ਜਾ ਕੇ ਟੀਕਾ ਟਿੱਪਣੀਆਂ ਕਰਨ ਤੇ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰਾਂ ਨੂੰ ਲੰਬੇ ਹੱਥੀਂ ਲਿਆ। ਅੱਜ ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਆਪਣੇ ਇਸ ਵਤੀਰੇ ਤੇ ਸ਼ਰਮ ਆਉਣੀ ਚਾਹੀਦੀ ਏ। ਇਸ ਦੇ ਨਾਲ ਹੀ ਉਹਨਾਂ ਇੱਕ ਵਾਰ ਫੇਰ ਕਿਹਾ ਕਿ ਉਹਨਾਂ ਲਈ ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ ਨੇ ਤੇ ਉਹਨਾਂ ਦੀ ਰਾਖੀ ਲਈ ਉਹ ਆਪਣੀ ਕੁਰਸੀ ਦੀ ਵੀ ਪਰਵਾਹ ਨਹੀਂ ਕਰਨਗੇ। 20 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ 4 ਖੇਤੀ ਬਿੱਲਾਂ ਨੂੰ ਸਾਰੀਆਂ ਹੀ ਪਾਰਟੀਆਂ ਵੱਲੋਂ ਇੱਕ ਸੁਰ ਨਾਲ ਪਾਸ ਕੀਤਾ ਗਿਆ ਅਤੇ ਰਾਜਪਾਲ ਕੋਲ ਜਾ ਕੇ ਇਹਨਾਂ ਤੇ ਦਸਤਖਤ ਕਰਨ ਦੀ ਅਪੀਲ ਕੀਤੀ ਗਈ ਸੀ। ਪੰਜਾਬ ਦੇ ਇਤਿਹਾਸ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਸੀ ਕਿ ਜਦੋਂ ਸਾਰੀਆਂ ਹੀ ਪਾਰਟੀਆਂ ਦੇ ਆਗੂ ਇਕੱਠੇ ਹੋਏ ਸਨ, ਪਰ ਕਿਸਾਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਸਿਆਸੀ ਆਗੂਆਂ ਦੇ ਸੁਰ 24 ਘੰਟੇ ਵਿੱਚ ਹੀ ਬਦਲ ਗਏ। ਅਕਾਲੀ ਦਲ ਅਤੇ ਆਪ ਦੋਵਾਂ ਨੇ ਜਦੋਂ ਬਿੱਲ ਨੂੰ ਲੈ ਕੇ ਸਵਾਲ ਚੁੱਕੇ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਕਾਲੀ ਦਲ ਅਤੇ ਆਪ ਦੋਵਾਂ ਤੇ ਵੱਡਾ ਹਮਲਾ ਕੀਤਾ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਆਪ ਅਤੇ ਅਕਾਲੀ ਦਲ ਦੋਵਾਂ ਦੇ ਖੇਤੀ ਬਿੱਲਾਂ ਤੇ ਦੋਗਲੇ ਵਤੀਰੇ ਦਾ ਇਲਜ਼ਾਮ ਲਗਾਇਆ। ਉਹਨਾਂ ਸਵਾਲ ਪੁੱਛਿਆ ਕਿ ਜੇਕਰ ਉਹ ਬਿੱਲ ਦੇ ਹੱਕ ਵਿੱਚ ਨਹੀਂ ਸੀ ਤਾਂ ਵਿਧਾਨ ਸਭਾ ਦੇ ਅੰਦਰ ਕਿਉਂ ਹਮਾਇਤ ਕੀਤੀ ਅਤੇ ਉਹਨਾਂ ਦੇ ਨਾਲ ਰਾਜਪਾਲ ਕੋਲ ਕਿਉਂ ਗਏ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਆਪ ਦੋਵਾਂ ਨੂੰ ਆਪਣੇ ਇਸ ਵਤੀਰੇ ਤੇ ਸ਼ਰਮ ਆਉਣੀ ਚਾਹੀਦੀ ਹੈ। ਇਹ ਮੈਨੂੰ ਹੈਰਾਨੀ ਹੈ ਬਹੁਤ ਅਕਾਲੀ ਦਲ ਦੀ ਔਰ ਆਪ ਆਦਮੀ ਦੀ। ਅੰਦਰ ਅਸੈਂਬਲੀ ਦੇ ਵਿੱਚ ਬਹਿ ਕੇ ਉਹਨਾਂ ਨੇ ਬਿਲ ਸਾਰੇ ਬੋਲੇ, ਇਨਕਲੂਡਿੰਗ ਮਜੀਠੀਆ ਔਰ ਇੱਧਰ ਇਨਕਲੂਡਿੰਗ ਹਰਪਾਲ ਜਿਹੜਾ ਉਹਨਾਂ ਦਾ ਬੰਦਾ ਹੈ ਆਮ ਦਾ, ਇਹ ਦੋਨੋਂ ਚੀਮਾ, ਇਹ ਸਾਰੇ बोले। बाहर जाके कुछ और कहते हैं, अखबारों को कुछ और कहते हैं। कुछ तो उनको शर्म आनी चाहिए कि अंदर क्या कहते हैं। और मेरे साथ गए हैं और जाके वो बिल गवर्नर को दे के आए हैं, फिर ये डबल फेस नहीं है काम, बिल्कुल गलत बात है। अनफॉर्चुनेटली ये जो बातें होती हैं ना कि अंदर कुछ बाहर कुछ, इससे टोटल पॉलिटिकल सिस्टम की लोग क्या हंसी उड़ाएंगे। ਖੇਤੀ ਬਿੱਲ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨਾਲ ਸਿੱਧੀ ਲੜਾਈ ਲੜਨ ਦਾ ਫੈਸਲਾ ਕਰ ਲਿਆ। ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹੁੰਦੀ ਹੈ ਤਾਂ ਲਗਾ ਦੇਵੇ, ਉਹਨਾਂ ਦੀ ਸਰਕਾਰ ਬਰਖਾਸਤ ਕਰਨਾ ਚਾਹੁੰਦੀ ਹੈ ਤਾਂ ਕਰ ਦੇਵੇ, ਪਰ ਉਹ ਪਿੱਛੇ ਨਹੀਂ ਹਟਣਗੇ। अगर केंद्र समझती है कि हमने कुछ गलत बात की है एंड दे वांट टू डिसमिस मी, मैं तो तैयार बैठा हूँ, डिसमिस कर दें, मुझे क्या फ़र्क पड़ता है। मैं तो अपने पंजाब के लिए आवाज़ उठाई है और हिंदुस्तान की किसानी के लिए आवाज़ उठाई है और मैं उठाता रहूँगा, चाहे मैं रहूँगा ना रहूँ। ये दैट इज़ अ माइनर थिंग। 2 बार पहले रिज़ाइन कर दिया, तीसरी बार कर देंगे, क्या फ़र्क पड़ेगा। ਦੱਸ ਦਈਏ ਇਸ ਤੋਂ ਪਹਿਲਾਂ ਬੀਤੇ ਦਿਨ ਵੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਬਰਨਾਲਾ ਸਰਕਾਰ ਅਤੇ ਆਪਰੇਸ਼ਨ ਬਲੂ ਸਟਾਰ ਵੇਲੇ ਵੀ ਉਹਨਾਂ ਨੇ ਪੰਜਾਬ ਦੇ ਹੱਕ ਵਿੱਚ ਆਪਣੀ ਹੀ ਪਾਰਟੀ ਦੀ ਨਹੀਂ ਸੁਣੀ ਸੀ ਅਤੇ ਅਸਤੀਫਾ ਦਿੱਤਾ ਸੀ ਅਤੇ ਹੁਣ ਵੀ ਉਹ ਆਪਣਾ ਅਸਤੀਫਾ ਜੇਬ 'ਚ ਲੈ ਕੇ ਘੁੰਮ ਰਹੇ ਨੇ। ਕੈਪਟਨ ਮੁਤਾਬਕ ਉਹਨਾਂ ਲਈ ਕਿਸਾਨਾਂ ਦਾ ਹਿੱਤ ਸਭ ਤੋਂ ਉੱਪਰ ਹੈ ਅਤੇ ਇਸ ਦੇ ਲਈ ਉਹਨਾਂ ਦੀ ਕੁਰਸੀ ਕੋਈ ਮਾਇਨੇ ਨਹੀਂ ਰੱਖਦੀ। ਤਕਰੀਬਨ 1.5 ਸਾਲ ਬਾਅਦ ਸਿਆਸਤ 'ਚ ਮੁੜ ਸਰਗਰਮ ਹੋਏ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਪਈਆਂ ਦੂਰੀਆਂ ਸ਼ਾਇਦ ਛੇਤੀ ਹੀ ਦੂਰ ਹੋਣ ਵਾਲੀਆਂ ਨੇ। ਪਿਛਲੇ ਦਿਨੀ ਵਿਧਾਨ ਸਭਾ 'ਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਨਜ਼ਰਾਂ ਮਿਲੀਆਂ ਤਾਂ ਕੈਪਟਨ ਦੇ ਚਿਹਰੇ ਤੇ ਹਾਸਾ ਵੇਖਿਆ ਗਿਆ ਤੇ ਅੱਜ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ 'ਚ ਆਏ। ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ नहीं ਸੀ ਕਿ ਬੀਤੇ ਕੱਲ ਨਵਜੋਤ ਸਿੰਘ ਸਿੱਧੂ ਦਾ ਜਨਮ ਦਿਨ ਸੀ ਤੇ ਉਹ ਉਹਨਾਂ ਨੂੰ ਵਧਾਈ ਦਿੰਦੇ ਨੇ। से मैं मुझे बहुत खुशी हुई कल मिले। मैं तो मुझे मालूम नहीं था उनका जन्मदिन, नहीं तो मैं भी उनको बधाई देता जन्मदिन की। मुझे खुशी है कि असेंबली में आए और बोले और बहुत अच्छी तरह बोले। असली उन्होंने जन्मदिन सी और मैं ਉਹਦੇ ਤੇ बहुत बधाई देना चाहता सी, कल नहीं मौका मिलिया। बहुत लंबी उम्र होवे और चंगी खुश रहन।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬਿੱਲ ਪਾਸ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਹਨਾਂ ਮੀਡੀਆ ਨਾਲ ਗੱਲਬਾਤ ਦੌਰਾਨ ਉਮੀਦ ਜਤਾਈ ਕਿ ਦੇਸ਼ ਦੀਆਂ ਬਾਕੀ ਕਾਂਗਰਸ ਸਰਕਾਰਾਂ ਤੇ ਗੈਰ ਭਾਜਪਾ ਸਰਕਾਰਾਂ ਵੀ ਕੈਪਟਨ ਦੇ ਇਸ ਕਦਮ ਦੀ ਨਕਲ ਕਰਨਗੀਆਂ ਤੇ ਆਪੋ ਆਪਣੇ ਸੂਬਿਆਂ 'ਚ ਅਜਿਹੇ ਬਿੱਲ ਪਾਸ ਕਰਕੇ ਕਿਸਾਨੀ ਦੀ ਰੱਖਿਆ करनगियां। कांग्रेस की तरफ से और पंजाब के प्रभारी के तौर पर थैंक यू कैप्टन अमरिंदर सिंह जी, थैंक यू चीफ मिनिस्टर पंजाब और थैंक यू असेंबली ऑफ पंजाब कहने के लिए यहाँ आया हूँ और उनको धन्यवाद देना चाहता हूँ। उन्होंने पूरे देश को एक रास्ता दिखाया है और मुझे पूरी उम्मीद है कि कांग्रेस शासित राज्य तो पंजाब की तर्ज पर कानून बनाएंगे, जो गैर भाजपा शासित राज्य हैं वो भी पंजाब के तर्ज पर कानून बनाएंगे और हम उम्मीद करते हैं कि पूरे देश के अंदर एक माहौल बनेगा और वो माहौल केंद्र सरकार को अपने तीनों काले कानूनों पर विचार करने के लिए मजबूर करेगा और उनको एक सद्बुद्धि आएगी और नहीं आएगी तो हमने अपने किसानों के लिए जो हम व्यस्त कर सकते थे वो कांग्रेस करेगी और संघर्ष निरंतर जारी रखेगी। ਪੰਜਾਬ ਵਿਧਾਨ ਸਭਾ 'ਚ ਕੇਂਦਰੀ ਕਾਨੂੰਨਾਂ ਦੇ ਵਿਰੋਧ 'ਚ ਪਾਸ ਕੀਤੇ ਗਏ ਬਿੱਲਾਂ ਨੇ ਕੇਂਦਰ ਸਰਕਾਰ ਨੂੰ ਵੀ ਵਕਤ ਪਾ ਦਿੱਤਾ ਹੈ। ਪਹਿਲਾਂ ਆਪਣੀ ਗੱਲ ਤੇ ਅੜੀ ਕੇਂਦਰ ਸਰਕਾਰ ਨੇ ਹੁਣ ਕੁਝ ਝੁਕਣ ਦੇ ਸੰਕੇਤ ਦਿੱਤੇ ਨੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸੂਬਾ ਸਰਕਾਰਾਂ ਕੋਲ ਵਿਧਾਨ ਸਭਾ ਤੋਂ ਅਜਿਹੇ ਬਿੱਲ ਪਾਸ ਕਰਨ ਦਾ ਅਧਿਕਾਰ ਹੈ। ਜਿਵੇਂ ਹੀ ਇਹ ਬਿੱਲ ਕੇਂਦਰ ਕੋਲ ਪਹੁੰਚਣਗੇ ਤਾਂ ਇਹਨਾਂ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ ਤੇ ਕਿਸਾਨਾਂ ਦੇ ਹਿੱਤ 'ਚ ਹੀ ਫੈਸਲਾ ਲਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਕੇਂਦਰ ਦੇ ਖੇਤੀ ਕਾਨੂੰਨ ਦੇ ਖਿਲਾਫ ਪਾਸ ਕੀਤੇ ਗਏ 4 ਬਿੱਲਾਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਚੁੱਕਣ ਦੇ ਸੰਕੇਤ ਦਿੱਤੇ ਨੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਇਸ ਸਬੰਧ 'ਚ ਵੱਡਾ ਬਿਆਨ ਆਇਆ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵੱਲੋਂ ਪਾਸ ਕੀਤੇ ਗਏ ਬਿੱਲਾਂ ਦੀ ਸਮੀਖਿਆ ਕਰੇਗੀ ਅਤੇ ਇਹਨਾਂ ਉੱਤੇ ਪੂਰੀ ਚਰਚਾ ਕੀਤੀ ਜਾਵੇਗੀ। ਤੋਮਰ ਦਾ ਕਹਿਣਾ ਸੀ ਕਿ ਲੋਕਤੰਤਰ 'ਚ ਸੂਬਾ ਸਰਕਾਰਾਂ ਕੋਲ ਵਿਧਾਨ ਸਭਾ ਤੋਂ ਅਜਿਹੇ ਬਿੱਲ ਪਾਸ ਕਰਨ ਦਾ ਅਧਿਕਾਰ ਹੈ। ਜਿਵੇਂ ਹੀ ਇਹ ਬਿੱਲ ਕੇਂਦਰ ਸਰਕਾਰ ਕੋਲ ਆਉਣਗੇ ਤਾਂ ਇਹਨਾਂ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਕਿਸਾਨਾਂ ਦੇ ਹਿੱਤ 'ਚ ਫੈਸਲਾ ਲਿਆ ਜਾਵੇਗਾ। मेरी जानकारी में आया है कि पंजाब सरकार ने आज असेंबली में कोई बिल इन बिलों से संबंधित पारित किए हैं। वैसे तो मुझे पूरा विश्वास है कि किसानों के हित में जो निर्णय हमने किया उसकी कोई तुलना नहीं हो सकती, लेकिन लोकतंत्र में असेंबली कभी कभी इस प्रकार के निर्णय कर सकती है। असेंबली का जो निर्णय है वो जब भारत सरकार के पास आएगा तो हम उसका बारीकी से परीक्षण करेंगे और जो किसानों के हित में होगा उस दिशा में मोदी जी के नेतृत्व में निर्णय करेंगे। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਇਹ ਬਿਆਨ ਕਿਧਰੇ ਨਾ ਕਿਧਰੇ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਵਾਲਾ ਹੈ, ਜਦਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਖਾਰਜ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਐਮਐਸਪੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਐਮਐਸਪੀ ਦੇਸ਼ ਦੀ ਖੁਰਾਕ ਸੁਰੱਖਿਆ ਨਾਲ ਜੁੜੀ ਹੋਈ ਹੈ, ਇਸ ਲਈ ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਜ਼ਾਹਿਰ ਹੈ ਵਿਧਾਨ ਸਭਾ ਵਿੱਚ ਜਿਸ ਤਰ੍ਹਾਂ ਬੀਜੇਪੀ ਨੂੰ ਛੱਡ ਕੇ ਸਾਰੀਆਂ ਹੀ ਪਾਰਟੀਆਂ ਇੱਕ ਸੁਰ ਨਾਲ ਕੇਂਦਰ ਦੇ ਖੇਤੀ ਕਾਨੂੰਨ ਦੇ ਖਿਲਾਫ ਇਕਮਤ ਹੋਈਆਂ ਨੇ, ਉਸ ਤੋਂ ਬਾਅਦ ਕਿਧਰੇ ਨਾ ਕਿਧਰੇ ਕੇਂਦਰ ਸਰਕਾਰ ਦੇ ਝੁਕਣ ਦੇ ਸੰਕੇਤ ਜ਼ਰੂਰ ਆਏ ਨੇ ਅਤੇ ਇਸ ਨੂੰ ਕਿਸਾਨਾਂ ਦੇ ਸੰਘਰਸ਼ ਦਾ ਨਤੀਜਾ ਹੀ ਕਿਹਾ ਜਾ ਸਕਦਾ ਹੈ। ਵਿਧਾਨ ਸਭਾ 'ਚ ਪੰਜਾਬ ਦੇ ਖੇਤੀ ਬਿੱਲ ਪਾਸ ਹੋਣ ਮਗਰੋਂ ਰਾਤ ਸੂਬੇ 'ਚ ਕਈ ਥਾਵਾਂ ਤੇ ਦੀਵਾਲੀ ਜਿਹਾ ਨਜ਼ਾਰਾ ਨਜ਼ਰ ਆਇਆ। ਕਾਂਗਰਸੀਆਂ ਨੇ ਖੁਸ਼ੀ 'ਚ ਪਟਾਕੇ ਤੇ ਆਤਿਸ਼ਬਾਜ਼ੀਆਂ ਚਲਾਈਆਂ ਤੇ ਢੋਲ ਦੇ ਡਗੇ ਤੇ ਭੰਗੜੇ ਪਾਏ। ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਕੈਪਟਨ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਤਾਂ ਪਹਿਲਾਂ ਹੀ ਅਖਵਾਉਂਦੇ ਸਨ, ਹੁਣ ਉਹ ਕਿਸਾਨੀ ਦੇ ਰਾਖੇ ਵੀ ਬਣ ਗਏ ਨੇ। ਆਤਿਸ਼ਬਾਜ਼ੀ ਦਾ ਇਹ ਨਜ਼ਾਰਾ ਸ਼੍ਰੀ ਅਨੰਦਪੁਰ ਸਾਹਿਬ ਦਾ ਹੈ। ਪੰਜਾਬ ਵਿਧਾਨ ਸਭਾ 'ਚ ਕੇਂਦਰੀ ਕਾਨੂੰਨਾਂ ਦੇ ਵਿਰੋਧ 'ਚ ਪਾਸ ਕੀਤੇ ਗਏ ਬਿੱਲਾਂ ਤੋਂ ਜਿੱਥੇ ਕਿਸਾਨ ਤੇ ਆਮ ਲੋਕ ਖੁਸ਼ ਨੇ, ਉੱਥੇ ਹੀ ਕਾਂਗਰਸੀਆਂ ਤੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਚੋਣ ਖੇਤਰ ਸ਼੍ਰੀ ਅਨੰਦਪੁਰ ਸਾਹਿਬ 'ਚ ਕਾਂਗਰਸੀ ਆਗੂਆਂ ਨੇ ਆਤਿਸ਼ਬਾਜ਼ੀ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਦੇ ਸ਼੍ਰੀ ਰਵਿਦਾਸ ਚੌਂਕ 'ਚ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ ਸੀ।
ਇਕੱਠੇ ਹੋਏ ਕਾਂਗਰਸੀ ਆਗੂ ਇੱਥੇ ਦੀਵਾਲੀ ਤੋਂ ਪਹਿਲਾਂ ਹੀ ਆਤਿਸ਼ਬਾਜ਼ੀ ਤੇ ਪਟਾਕੇ ਚਲਾਉਂਦੇ ਨਜ਼ਰ ਆਏ। ਉਹਨਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖੇਤੀ ਬਿੱਲਾਂ ਨੂੰ ਰੱਦ ਕਰਕੇ ਇਤਿਹਾਸਿਕ ਫੈਸਲਾ ਲਿਆ ਹੈ। ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਦੀ ਪਾਣੀਆਂ ਦੀ ਰਾਖੀ ਕੀਤੀ ਸੀ, ਉਸੇ ਤਰ੍ਹਾਂ ਹੀ ਹੁਣ ਕਿਸਾਨੀ ਦੇ ਰਾਖੇ ਬਣ ਗਏ ਨੇ। ਭਾਵੇਂ ਕੋਈ ਵਿਰੋਧੀ ਧਿਰ ਜਾਂ ਕੋਈ ਕਿੰਨਾ ਵੀ ਰੌਲਾ ਪਾਵੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਫ਼ ਗੱਲ ਕਰ ਦਿੱਤੀ ਕਿ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ, ਅੱਜ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਸਾਬਤ ਕਰ ਦਿੱਤੀ ਕਿ ਜਿਹੜੇ ਕਾਨੂੰਨ ਰੱਦ ਕਰਕੇ ਵਿਧਾਨ ਸਭਾ ਦੇ ਅੰਦਰ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਕਿਸਾਨ ਦਾ ਪੁੱਤ ਹੈ ਔਰ ਕਿਸਾਨਾਂ ਦੇ ਨਾਲ ਮੋਢਾ ਲਾ ਕੇ ਖੜਾ ਹੈ ਔਰ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਬਿੱਲ ਹੈ ਉਹ ਸਿਰੇ ਤੋਂ ਖਾਰਜ ਕਰ ਦਿੱਤਾ ਔਰ ਉਹਨੂੰ ਖਤਮ ਕਰ ਦਿੱਤਾ ਔਰ ਤਜਵੀਜ਼ ਵੀ ਰੱਖੀ ਜਿਹੜਾ MSP ਦੇ ਜਿਹੜਾ ਹੈ ਉਸ ਦੀ ਉਲੰਘਣਾ ਕਰੇਗਾ ਉਹਨੂੰ 3 ਸਾਲ ਦੀ ਕੈਦ ਦੀ ਜਿਹੜੀ ਉਹ ਤਜਵੀਜ਼ ਵੀ ਉਹਨਾਂ ਨੇ ਰੱਖ ਦਿੱਤੀ ਹੈ। ਇਸ ਕਰਕੇ ਕੈਪਟਨ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਮੈਨੂੰ ਆਪਣਾ ਅਹੁਦਾ ਵੀ ਇਸ ਕੰਮ ਦੇ ਲਈ ਤਿਆਗਣਾ ਪੈ ਜਾਵੇ, ਮੈਂ ਕਿਸਾਨੀ ਲਈ ਕਿਸਾਨਾਂ ਲਈ ਮੇਰੀ ਜਾਨ ਵੀ ਹਾਜ਼ਰ ਹੈ। ਅਹੁਦਾ ਤਾਂ ਇੱਕ ਬਹੁਤ ਵੱਡੀ ਜਿਹੜੀ ਛੋਟੀ ਜਿਹੀ ਚੀਜ਼ ਹੈ। ਇਸ ਗੱਲ ਤੇ ਅੱਜ ਸਮੁੱਚੀ ਕਾਂਗਰਸ ਪਾਰਟੀ ਦੇ ਅੰਦਰ ਖੁਸ਼ੀ ਦੀ ਲਹਿਰ ਹੈ, ਸਾਰੇ ਵਰਕਰਾਂ ਦੇ ਖੁਸ਼ੀ ਦੀ ਲਹਿਰ ਹੈ। ਤੁਸੀਂ ਦੇਖਿਆ ਅੱਜ ਸਾਨੂੰ ਜਿਸ ਤਰ੍ਹਾਂ ਇਸ ਗੱਲ ਦਾ ਪਤਾ ਲੱਗਿਆ, ਸਾਰੇ ਵਰਕਰ ਇੱਥੋਂ ਦੇ ਮਾਨਯੋਗ ਸਾਡੇ ਵਿਧਾਇਕ ਔਰ ਸਪੀਕਰ ਵਿਧਾਨ ਸਭਾ ਪੰਜਾਬ ਦੇ ਸਨੇਹ ਤੇ ਅੱਜ ਸਾਰੇ ਬਹੁਤ ਛੋਟ ਸਨੇਹ ਦੇ ਅੰਦਰ ਅੱਜ ਰਵਿਦਾਸ ਚੌਂਕ ਦੇ ਵਿੱਚ ਇਕੱਠੇ ਹੋ ਕੇ ਸਾਰਿਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਅਸ਼ਤਬਾਜ਼ੀ ਚਲਾਈ ਔਰ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਲੰਮੀਆਂ ਉਮਰਾਂ ਬਖਸ਼ਣ। ਉਧਰ ਲੁਧਿਆਣਾ ਦੇ ਆਤਮਨਗਰ ਇਲਾਕੇ 'ਚ ਕਾਂਗਰਸੀ ਢੋਲ ਤੇ ਡਗੇ ਤੇ ਭੰਗੜੇ ਪਾਉਂਦੇ ਨਜ਼ਰ ਆਏ। ਉਹਨਾਂ ਕੈਪਟਨ ਦਾ ਗੁਣਗਾਨ ਕਰਦਿਆਂ ਕਿਹਾ ਕਿ ਪਹਿਲਾਂ ਉਹਨਾਂ ਫੌਜ 'ਚ ਹੁੰਦਿਆਂ ਦੇਸ਼ ਦੀ ਰਾਖੀ ਕੀਤੀ ਅਤੇ ਹੁਣ ਪੰਜਾਬ ਦੇ ਪਾਣੀ ਅਤੇ ਪੰਜਾਬ ਦੀ ਕਿਸਾਨੀ ਦੀ ਵੀ ਰਾਖੀ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਹੀ ਹੈ ਜਿਨ੍ਹਾਂ ਨੇ 1965 ਦੇ ਵਿੱਚ ਦੇਸ਼ ਦੀਆਂ ਸਰਹੱਦਾਂ ਤੇ ਰਹਿ ਕੇ ਲੜਾਈ ਲੜ ਕੇ ਭਾਰਤ ਦੀ ਰਾਖੀ ਕੀਤੀ। ਅੱਜ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ, ਪੰਜਾਬ ਦੀ ਕਿਸਾਨੀ ਦੀ ਰੱਖਿਆ ਦੇ ਲਈ ਅੱਜ ਮੈਂ ਸਮਝਦਾ ਐਡਾ ਵੱਡਾ ਇਤਿਹਾਸਿਕ ਫੈਸਲਾ ਅਤੇ ਜਿਹੜੇ ਇਹ ਡਰਾਵੇ ਦਿੰਦੇ ਸੀ ਕਿ ਗੱਲਾਂ ਕਰਦੇ ਆ ਕਿ ਅਸੀਂ ਸਰਕਾਰਾਂ ਤੋੜ ਦਿਆਂਗੇ, ਕਿਸੇ ਗੱਲ ਦੀ ਕੋਈ ਪਰਵਾਹ ਨਾ ਕਰਦੇ ਹੋਏ ਉਸ ਧੜਕ ਯੋਧੇ ਜਰਨੈਲ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਦੱਸ ਦਿੱਤਾ ਕਿ ਕਿਸਾਨਾਂ ਦਾ ਹਤੈਸ਼ੀ ਕਿਹੜੀ ਪਾਰਟੀ ਹੈ, ਕਿਹੜਾ ਨੇਤਾ, ਜੋ ਅੱਜ ਦਾ ਵਿਧਾਨ ਸਭਾ ਦਾ ਫੈਸਲਾ ਹੈ। ਅੱਜ ਇੱਥੇ ਲੱਡੂ ਵੀ ਵੰਡੇ ਜਾ ਰਹੇ ਨੇ, ਭੰਗੜੇ ਵੀ ਪਾਏ ਜਾ ਰਹੇ ਨੇ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਅਸੀਂ ਸਾਰੇ ਸਮੂਹ ਇਲਾਕਾ ਨਿਵਾਸੀ, ਸਾਰੇ ਹਲਕਾ ਆਤਮਨਗਰ ਦੇ ਕਾਂਗਰਸ ਪਾਰਟੀ ਦੇ ਵਰਕਰ ਸਾਥੀ ਅੱਜ ਹਲਕਾ ਆਤਮਨਗਰ ਦੀ ਆਤਮਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਸ ਇਤਿਹਾਸਿਕ ਫੈਸਲੇ ਤੇ ਵਧਾਈ ਦਿੰਦੀ ਹੈ ਅਤੇ ਸਾਰੇ ਹੀ ਵਧਾਈ ਦੇ ਪਾਤਰੋਂ। ਵਿਧਾਨ ਸਭਾ ਵਿੱਚ ਪਾਸ ਕੀਤੇ ਖੇਤੀ ਬਿੱਲਾਂ ਨੂੰ ਕਾਂਗਰਸ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ, ਪਰ ਇਹ ਫੈਸਲਾ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਹੀ ਲਿਆ ਗਿਆ ਹੈ। ਵਿਧਾਨ ਸਭਾ ਦਾ ਸੈਸ਼ਨ ਵੀ ਕਿਸਾਨਾਂ ਦੇ ਦਬਾਅ ਤੋਂ ਬਾਅਦ ਹੀ ਬੁਲਾਇਆ ਗਿਆ ਸੀ। ਇਸ ਲਈ ਜੇਕਰ ਪੰਜਾਬ ਸਰਕਾਰ ਦੇ ਸਿਰ ਇਹ ਬਿੱਲ ਪਾਸ ਕਰਨ ਦਾ ਸਿਹਰਾ ਕਾਂਗਰਸੀ ਬਣਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਿਸਾਨਾਂ ਦੇ ਸੰਘਰਸ਼ ਤੇ ਵਿਰੋਧੀ ਪਾਰਟੀਆਂ ਦੇ ਮਿਲੇ ਸਾਥ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਕੈਪਟਨ ਦੀ ਅਪੀਲ ਮਗਰੋਂ ਕਿਸਾਨ ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ। ਸੂਬੇ 'ਚ 5 ਨਵੰਬਰ ਤੱਕ ਮਾਲ ਗੱਡੀਆਂ ਚੱਲਣ ਤੇ ਦਿੱਤੀ ਛੋਟ। ਟੋਲ ਪਲਾਜ਼ਾ, ਅਡਾਨੀ ਅੰਬਾਨੀ ਦੇ ਅਦਾਰੇ ਤੇ ਭਾਜਪਾ ਆਗੂਆਂ ਦਾ ਘਿਰਾਓ ਰਹੇਗਾ ਜਾਰੀ। 24 ਘੰਟਿਆਂ 'ਚ ਹੀ ਤਾਰ-ਤਾਰ ਹੋਈ ਸਰਕਾਰ ਤੇ ਵਿਰੋਧੀ ਧਿਰਾਂ ਦੀ ਏਕਤਾ। ਸਕਾਲਰਸ਼ਿਪ ਘੁਟਾਲੇ ਤੇ ਵਿਰੋਧੀਆਂ ਦਾ ਵਿਧਾਨ ਸਭਾ 'ਚ ਹੰਗਾਮਾ। ਸਦਨ ਦੀ ਕਾਰਵਾਈ ਦੌਰਾਨ ਕੀਤਾ ਵਾਕਆਊਟ। ਭਗਵੰਤ ਮਾਨ ਤੇ ਬਿਕਰਮ ਮਜੀਠੀਆ ਨੇ ਚੁੱਕੇ ਕੈਪਟਨ ਦੇ ਬਿੱਲਾਂ ਤੇ ਸਵਾਲ ਤਾਂ ਕੈਪਟਨ ਨੇ ਕਿਹਾ ਵਿਰੋਧੀਆਂ ਦਾ ਦੋਗਲਾ ਚਿਹਰਾ ਆਇਆ ਸਾਹਮਣੇ। ਸਦਨ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਬਿਆਨ ਦੇ ਰਹੇ ਨੇ ਵਿਰੋਧੀ ਆਗੂ। ਕੈਪਟਨ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਜਲਦ ਦੂਰ ਹੋਣਗੀਆਂ ਦੂਰੀਆਂ। ਕੱਲ ਸਿੱਧੂ ਨੇ ਕੀਤੀ ਕੈਪਟਨ ਦੀ ਤਾਰੀਫ ਤਾਂ ਅੱਜ ਕੈਪਟਨ ਨੇ ਸਿੱਧੂ ਨੂੰ ਚੰਗੇ ਭਵਿੱਖ ਲਈ ਦਿੱਤੀਆਂ ਸ਼ੁਭ ਕਾਮਨਾਵਾਂ। ਅਤੇ ਪੰਜਾਬ ਦੇ ਖੇਤੀ ਬਿੱਲਾਂ ਤੇ ਕੇਂਦਰ ਦਾ ਨਰਮ ਰਵੱਈਆ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਰਾਜਾਂ ਨੂੰ ਆਪਣੇ ਪੱਧਰ ਤੇ ਬਿੱਲ ਪਾਸ ਕਰਨ ਦੇ ਅਧਿਕਾਰ। ਕੇਂਦਰ ਕੋਲ ਪਹੁੰਚਣਗੇ ਬਿੱਲ ਤਾਂ ਗੰਭੀਰਤਾ ਨਾਲ ਕਰਾਂਗੇ ਵਿਚਾਰ ਚਰਚਾ। ਇਸ ਦੇ ਨਾਲ ਹੀ ਆਪਣੀ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।